ਜੀ ਦੋਸਤੋ, ਹੁਣ ਸਮਾਂ ਹੋ ਰਿਹਾ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਮੇਲੇ ਮਿੱਤਰਾਂ ਦੇ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕਵੀ ਤਜਿੰਦਰ ਸਿੰਘ ਬਾਜ ਨਾਲ ਤੁਹਾਡੀ ਮੁਲਾਕਾਤ ਹੋਏਗੀ ਔਰ ਉਹਨਾਂ ਨਾਲ ਗੱਲਬਾਤ ਕਰਨਗੇ ਰੁਚਿਕਾ। ਆਓ ਸੁਣਦੇ ਹਾਂ ਪ੍ਰੋਗਰਾਮ ਮੇਲੇ ਮਿੱਤਰਾਂ ਦੇ। ਪ੍ਰੋਗਰਾਮ ਮੇਲੇ ਮਿੱਤਰਾਂ ਦੇ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਰੁਚਿਕਾ। ਦੋਸਤੋ, ਇੱਕ ਕਲਾਕਾਰ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਜ਼ਿੰਦਗੀ ਨਹੀਂ ਬਲਕਿ ਕਈ ਜ਼ਿੰਦਗੀਆਂ ਜਿਉ ਲੈਂਦਾ ਹੈ ਤੇ ਇਸ ਜ਼ਿੰਦਗੀ ਨੂੰ ਉਸ ਆਰਟਿਸਟ ਤੋਂ ਵੱਧ, ਉਸ ਕਲਾਕਾਰ ਤੋਂ ਵੱਧ, ਉਸ ਸਾਹਿਤਕਾਰ ਤੋਂ ਵੱਧ ਨਾ ਹੀ ਕੋਈ ਸਮਝ ਸਕਦਾ ਹੈ ਤੇ ਨਾ ਹੀ ਕੋਈ ਬਿਆਨ ਕਰ ਸਕਦਾ ਹੈ। ਪ੍ਰੋਗਰਾਮ ਮੇਲੇ ਮਿੱਤਰਾਂ ਦੇ ਵਿੱਚ ਅਸੀਂ ਤੁਹਾਨੂੰ ਹਰ ਵਾਰ ਕਿਸੇ ਸਾਹਿਤਕਾਰ ਜਾਂ ਕਲਾਕਾਰ ਨਾਲ ਜੋੜਦੇ ਹਾਂ ਤੇ ਅੱਜ ਸਟੂਡੀਓ ਵਿੱਚ ਇਹੋ ਜਿਹੇ ਹੀ ਇੱਕ ਸ਼ਖਸ ਸਾਡੇ ਨਾਲ ਨੇ, ਕਵੀ ਤਜਿੰਦਰ ਸਿੰਘ ਬਾਜ। ਸਵਾਗਤ ਹੈ ਜੀ ਤੁਹਾਡਾ ਸਟੂਡੀਓ ਦੇ ਵਿੱਚ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡੀ ਨਜ਼ਰ ਵਿੱਚ ਕਵਿਤਾ ਕੀ ਹੁੰਦੀ ਹੈ? ਤੁਸੀਂ ਕਵਿਤਾ ਨੂੰ ਕਿਵੇਂ ਦੇਖਦੇ ਹੋ? ਕਵਿਤਾ ਇੱਕ ਸ਼ਬਦਾਂ ਦੇ ਵਲਵਲੇ ਆ। ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਉੱਠਿਆ, ਉਸ ਨੂੰ ਪੰਨੇ ਦੇ ਹਿੱਕ ਤੇ ਉਸ ਨੂੰ ਉਤਾਰ ਦੇਣਾ। ਜਿੰਨੇ ਵੀ ਸ਼ਖਸ ਆ ਉਹਨਾਂ ਦੇ ਅਲੱਗ-ਅਲੱਗ ਵਿਚਾਰ ਹੋ ਸਕਦੇ ਆ। ਤੁਹਾਡੇ ਸੂਖਮ ਵਿਚਾਰਾਂ ਨੂੰ, ਉਹ ਜਿਹੜੇ ਵਿਚਾਰ ਜਿਹੜੇ ਤੁਸੀਂ ਇਕੱਠੇ ਕਰਦੇ ਹੋ ਤੇ ਉਸ ਨੂੰ ਪੰਨੇ ਦੇ ਉੱਤੇ ਉਤਾਰਦੇ ਹੋ, ਮੇਰੇ ਹਿਸਾਬ ਨਾਲ ਤਾਂ ਉਹ ਕਵਿਤਾ ਵਾ। ਪਰ ਕਵਿਤਾ ਦੇ ਰੂਪ ਕਈ ਹੁੰਦੇ ਨੇ। ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੀ ਜ਼ਿੰਦਗੀ ਵਿੱਚ ਕਵਿਤਾ ਦਾ ਆਗਮਨ ਕਿਵੇਂ ਹੋਇਆ? ਅਸਲ 'ਚ ਮੈਂ ਰੰਗਮੰਚ ਨਾਲ, ਨਾਟਕ ਥੀਏਟਰ ਨਾਲ ਜੁੜਿਆ ਰਿਹਾ। ਮੈਂ 7ਵੀਂ ਕਲਾਸ ਤੋਂ। ਉਸ ਤੋਂ ਬਾਅਦ ਫਿਰ ਮੈਨੂੰ ਕਵਿਤਾ ਮਿਲੀ। ਕਵਿਤਾ ਨੇ ਮੈਨੂੰ ਅੱਗੇ ਤੋਰਿਆ, ਸਟੇਜਾਂ ਤੇ ਲੈ ਕੇ ਆਂਦਾ ਮੈਨੂੰ। ਜਦੋਂ ਵੀ ਮੈਂ ਕਦੇ ਕਵਿਤਾ ਲਿਖੀ, ਮੈਂ ਕਾਲਜ ਦੇ ਵਿੱਚ ਯੂਥ ਫੈਸਟੀਵਲਾਂ 'ਚ, ਇੰਟਰ ਯੂਨੀਵਰਸਿਟੀ ਦੇ ਵਿੱਚ ਮੈਂ ਕਵਿਤਾ ਬੋਲੀ ਤੇ ਮੈਨੂੰ ਉੱਥੋਂ ਇੱਕ ਪ੍ਰਸ਼ੰਸਾ ਮਿਲੀ ਤੇ ਮੈਂ ਉਸ ਨੂੰ ਅੱਗੇ ਲੈ ਕੇ ਤੁਰਿਆ। ਤੇ ਮੈਂ ਕਹਿੰਦਾ ਵੀ ਜਿਹੜੀ ਇਹ ਕਵਿਤਾ ਮੈਨੂੰ ਮਿਲੀ ਹੈ ਉਹ ਰੰਗਮੰਚ ਦੇ ਜ਼ਰੀਏ ਨਾਲ ਮਿਲੀ ਹੈ। ਜੀ, ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਹਿ ਸਕਦੇ ਹਾਂ ਰੰਗਮੰਚ ਦਾ ਹੈਗਾ। ਮੈਂ ਮੰਨਦਾ ਰੰਗਮੰਚ ਨੇ ਮੈਨੂੰ ਜੀਣਾ ਸਿਖਾਇਆ, ਕਿਉਂਕਿ ਸ਼ੇਕਸਪੀਅਰ ਵੀ ਕਹਿੰਦੇ ਹੋ ਜਿਹੜਾ ਜੀਵਨ ਆ ਇਹ ਇੱਕ ਰੰਗਮੰਚ ਆ। ਅਸੀਂ ਅਲੱਗ-ਅਲੱਗ ਪਾਤਰ ਆ, ਕੋਈ ਬਾਪ ਦਾ ਰੋਲ ਨਿਭਾਉਂਦਾ, ਕੋਈ ਟੀਚਰ ਦਾ ਨਿਭਾਉਂਦਾ। ਇਸ ਲਈ ਮੈਂ ਸਮਝਦਾ ਵੀ ਰੰਗਮੰਚ ਨੇ ਮੈਨੂੰ ਤੁਰਨਾ ਸਿਖਾਇਆ। ਮੈਂ ਕਵਿਤਾ ਲਿਖਣੀ ਰੰਗਮੰਚ ਦੇ ਜ਼ਰੀਏ ਨਾਲ ਸਿੱਖਿਆ। ਮੈਂ ਸਟੇਜਾਂ ਤੇ ਐਂਕਰਿੰਗ ਕਰਦਾ, ਉਹਦੇ ਵਿੱਚ ਵੀ ਕਵਿਤਾ ਮੇਰੀ ਭਾਰੂ ਹੁੰਦੀ ਹੈ। ਜੀ ਬਿਲਕੁਲ, ਜਿਵੇਂ ਕਹਿ ਸਕਦੇ ਹਾਂ ਕਿ ਰੰਗਮੰਚ ਦੇ ਵਿੱਚ ਅਲੱਗ-ਅਲੱਗ ਤੁਸੀਂ ਰੋਲ ਪਲੇ ਕਰਦੇ ਉਹੀ ਰੋਲਾਂ ਨੂੰ ਤੁਸੀਂ ਅਲੱਗ-ਅਲੱਗ ਫੀਲ ਸਮਝੇ, ਕੋਈ ਰਸ ਦਾ ਤੁਸੀਂ ਕਿਰਦਾਰ ਅਦਾ ਕੀਤਾ ਤੇ ਉਹ ਕਿਰਦਾਰਾਂ ਨੂੰ ਜ਼ਿੰਦਗੀ ਦੇ ਅਲੱਗ-ਅਲੱਗ ਪੰਨਿਆਂ ਨੂੰ ਤੁਸੀਂ ਕਵਿਤਾ ਦੇ ਵਿੱਚ ਫਾਈਨਲੀ ਉਤਾਰਨਾ ਸ਼ੁਰੂ ਕਰ ਦਿੱਤਾ। ਹਾਂਜੀ, ਰੰਗਮੰਚ ਜਦੋਂ ਮੈਂ ਕਰਦਾ ਸੀ, ਕਈ ਮੈਂ ਜ਼ਿੰਦਗੀਆਂ ਹੰਢਾਈਆਂ। ਕਈ ਨਾਟਕ ਜਦੋਂ ਮੈਂ ਖੇਡੇ ਉਹਦੇ ਵਿੱਚ ਮੈਂ ਰੋਲ ਕੀਤੇ, ਮੁੱਖ ਪਾਤਰ ਦੇ ਤੌਰ ਤੇ ਰੋਲ ਕੀਤੇ, ਤਾਂ ਉਹਦੇ ਨਾਲ ਮੇਰੀ ਜਿਹੜੀ ਸੋਚ ਆ, ਦਾਇਰਾ ਜਿਹੜਾ ਵਿਸ਼ਾਲ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਮੈਂ ਕਵਿਤਾ ਰੰਗਮੰਚ ਦੇ ਜੋ ਵੀ ਮੈਂ ਨਾਟਕ ਕਰੇ ਉਹ ਮੈਂ ਕਵਿਤਾ 'ਚ ਵੀ ਲੈ ਕੇ ਆਇਆ। ਮੇਰੇ ਕਈ ਕਵਿਤਾ ਦੇ ਵਿੱਚ ਉਹ ਜ਼ਿਕਰ ਹੁੰਦਾ ਵੀ ਹੈ ਤੇ ਹੁੰਦਾ ਰਹੇਗਾ। ਜੇ ਤੁਹਾਡੀ ਅਸੀਂ ਕੋਈ ਕਵਿਤਾ ਸੁਣ ਲਈਏ ਤਾਂ ਸਾਨੂੰ ਬਹੁਤ ਹੀ ਚੰਗਾ ਲੱਗੇਗਾ। ਆਪਦੀ ਕੋਈ ਕਵਿਤਾ ਦਾ ਇੱਕ ਨਮੂਨਾ ਸਾਨੂੰ ਜ਼ਰੂਰ ਸੁਣਾਓ। ਹਾਂਜੀ, ਮੇਰੀ ਇੱਕ ਪਲੇਠੀ ਕਿਤਾਬ ਆ ਗਵਾਚਿਆ ਮਨੁੱਖ। ਜੀ, ਜਦੋਂ ਮੈਂ ਚੰਡੀਗੜ੍ਹ SD ਕਾਲਜ ਪੜ੍ਹਦਾ ਸੀ, ਉਦੋਂ ਕਵਿਤਾ ਮੁਕਾਬਲੇ ਹੁੰਦੇ ਆ ਨਾ, ਪੋਇਮ ਰੈਸੀਟੇਸ਼ਨ, ਉਹਦੇ ਵਿੱਚ ਪੋਇਮ ਲਿਖਣ ਦਾ ਮੁਕਾਬਲਾ ਹੁੰਦਾ। ਉਹਦੇ ਵਿੱਚ ਇਹ ਮੈਨੂੰ ਟੌਪਿਕ ਮਿਲਿਆ ਸੀ। ਉੱਥੇ ਮੈਂ ਉਹ ਕਵਿਤਾ ਲਿਖੀ ਤੇ ਉੱਥੇ ਮੈਨੂੰ ਪਹਿਲਾ ਇਨਾਮ ਮਿਲਿਆ। ਫਿਰ ਮੈਂ ਇਹੀ ਕਿਤਾਬ ਦਾ ਮੈਂ ਨਾਮ ਰੱਖ ਲਿਆ। ਤੁਹਾਡੇ ਨਜ਼ਰ ਹੈ। ਜਿਹੜਾ 12 ਗਾਉਂਦਾ ਸੀ, ਨਾਰੇ ਲਾਉਂਦਾ ਸੀ, ਕਬੱਡੀ ਪਾਉਂਦਾ ਸੀ, ਲੱਗਦਾ ਉਹ ਮਨੁੱਖ ਗਵਾਚ ਗਿਆ। ਜਿਹੜਾ ਵਿੱਚ ਅਖਾੜੇ ਜ਼ੋਰ ਲਗਾਉਂਦਾ ਸੀ, ਵੈਰੀ ਦੀ ਹਰ ਭਾਜੀ ਮੋੜ ਵਿਖਾਉਂਦਾ ਸੀ, ਅੱਜ ਤਾਂ ਉਹ ਨਸ਼ਿਆਂ ਦੇ ਸਾਗਰ ਵਿੱਚ ਡੁੱਬ ਚੱਲਿਆ। ਅੱਜ ਕਿਤੇ ਦਿਖਦਾ ਨਹੀਂ ਉਹ ਮਨੁੱਖ। ਗਵਾਚੇ ਮਨੁੱਖ ਨੂੰ ਫਿਕਰ ਹੈ ਧੀਆਂ ਵਿਆਉਣ ਦਾ, ਕਰਜ਼ਾ ਚੁੱਕ ਦਾਜ ਬਣਾਉਣ ਦਾ, ਤਾਂ ਹੀ ਫਿਕਰਾਂ ਦੇ ਵਿੱਚ ਰੁਲ ਗਿਆ। ਨੂਣ ਦੀ ਡਲੀ ਵਾਂਗ ਘੁਲ ਰਿਹਾ, ਤਾਂ ਹੀ ਤਾਂ ਅੱਜ ਲੱਭਦਾ ਨਹੀਂ। ਸੂਰ ਵੀਰਾ ਵਾਂਗ ਗੱਜਦਾ ਨਹੀਂ, ਲੱਗਦਾ ਉਹ ਮਨੁੱਖ ਗਵਾਚ ਗਿਆ। ਉਹ ਮਨੁੱਖ ਜਿਹੜਾ ਧੀਆਂ ਨੂੰ ਪਿਆਰ ਕਰਦਾ ਸੀ, ਹਰ ਦੁੱਖੜਾ ਜਿੰਦ ਤੇ ਜਰਦਾ ਸੀ, ਜਿਹੜਾ ਯਾਰ ਦੀ ਆਈ ਮਰਦਾ ਸੀ, ਲੱਗਦਾ ਉਹ ਮਨੁੱਖ ਗਵਾਚ ਗਿਆ। ਮੈਨੂੰ ਲੱਗਦਾ ਗਵਾਚਿਆ ਮਨੁੱਖ ਨਾ ਧੀਆਂ ਨੂੰ ਡੋਲੀ ਚਾੜਦਾ ਏ, ਉਹ ਤਾਂ ਅਣਜੰਮੀ ਧੀ ਨੂੰ ਕੁੱਖ ਦੇ ਵਿੱਚ ਮਾਰਦਾ ਏ। ਗਵਾਚਿਆ ਮਨੁੱਖ ਅੱਜ ਤਾਂ ਖੁਦਕੁਸ਼ੀ ਨੂੰ ਦੁੱਖਾਂ ਦਾ ਅੰਤ ਸਮਝ ਬੈਠਾ, ਤਾਂ ਹੀ ਤਾਂ ਧੜਾ ਧੜ ਖੁਦਕੁਸ਼ੀਆਂ ਕਰੀ ਜਾਂਦਾ। ਜੇਕਰ ਤੈਨੂੰ ਉਹ ਕਦੇ ਗਵਾਚਿਆ ਮਨੁੱਖ ਮਿਲੇ ਤਾਂ ਉਸ ਨੂੰ ਕਹੀਂ ਕਿ ਅਤੀਤ ਤੋਂ ਸਿੱਖਿਆ ਲੈ ਕੇ ਅੱਗੇ ਵਧੇ ਤੇ ਵਧਦਾ ਰਹੇ। ਲੱਗਦਾ ਉਹ ਮਨੁੱਖ ਗਵਾਚ ਗਿਆ, ਲੱਗਦਾ ਉਹ ਮਨੁੱਖ ਗਵਾਚ ਗਿਆ। ਕਿਆ ਬਾਤ ਹੈ, ਮਨੁੱਖ ਗਵਾਚ ਨਹੀਂ ਗਿਆ। ਤੁਹਾਡੀ ਕਵਿਤਾ ਸੁਣ ਕੇ ਮੈਨੂੰ ਜ਼ਰੂਰ ਲੱਗਦਾ ਹੈ ਕਿ ਜਿਹੜੀ ਵੀ ਲਿਸਨਰ ਸੁਣ ਰਹੇ ਹੋਣਗੇ, ਉਹ ਜਿਹੜੇ ਮਨੁੱਖ ਗਵਾਚੇ ਹੋਏ ਨੇ ਉਹ ਵਾਪਸ ਜ਼ਰੂਰ ਆ ਜਾਣਗੇ। ਸਾਡੇ ਨਾਲ ਨੇ ਜੀ ਤਜਿੰਦਰ ਸਿੰਘ ਬਾਜ। ਤੁਹਾਡੀ ਕਵਿਤਾ ਦਾ ਨਮੂਨਾ ਅਸੀਂ ਬ੍ਰੇਕ ਤੋਂ ਪਹਿਲਾਂ ਸੁਣਿਆ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਤੁਹਾਡੀ ਜ਼ੋਨ ਆਫ ਰਾਈਟਿੰਗ ਕੀ ਹੈ? ਤੁਸੀਂ ਕਿਸ ਤਰ੍ਹਾਂ ਦੀ ਕਵਿਤਾ ਲਿਖਣਾ ਪਸੰਦ ਕਰਦੇ ਹੋ?
ਮੇਰੀ ਕਵਿਤਾ ਮਾਨਵਵਾਦੀ ਹੁੰਦੀ ਹੈ। ਜਿਹੜੀਆਂ ਸਾਡੇ ਆਲੇ ਦੁਆਲੇ ਘਟਨਾ ਵਾਪਰਦੀਆਂ ਨੇ ਉਹਨੂੰ ਮੈਂ ਆਪਦੀ ਕਵਿਤਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਕਵੀ ਦਾ ਜਿਹੜਾ ਮੇਨ ਮੋਟਿਵ ਹੁੰਦਾ ਜਾਂ ਮੇਨ ਮੁੱਦਾ ਹੁੰਦਾ ਵੀ ਲੋਕਾਂ ਤੱਕ ਸੱਚ ਲੈ ਕੇ ਜਾਣਾ। ਸੱਚ ਉਹ ਕੌੜਾ ਵੀ ਹੁੰਦਾ, ਇਸ ਲਈ ਜਿਹੜੀ ਮੇਰੀ ਇਰਦ ਗਿਰਦ ਘਟਨਾਵਾਂ ਵਾਪਰਦੀਆਂ ਨੇ ਮੈਂ ਉਹਨਾਂ ਨੂੰ ਕਵਿਤਾ ਦੇ ਵਿੱਚ ਲਿਆਉਣਾ, ਤੇ ਮੇਰੀ ਅਗਾਂਹ ਵੀ ਇਹੀ ਸੋਚ ਰਹੂਗੀ ਜਿਹੜੀਆਂ ਸਹੀ ਗੱਲਾਂ ਨੇ ਉਹੀ ਕਵਿਤਾ ਵਿੱਚ ਹੋਣ। ਬਿਲਕੁਲ ਸਰ, ਤੇ ਤੁਹਾਡੀ ਕਵਿਤਾ ਪੜ੍ਹ ਕੇ ਜੇ ਕੋਈ ਇਨਸਪਾਇਰ ਹੋਊਗਾ ਤੁਹਾਡੇ ਲਈ ਉਹੀ ਇੱਕ ਜਿੱਤ ਹੋਊਗੀ। ਹਾਂਜੀ, ਜੇ ਕੋਈ ਕਵੀ ਦੀ ਜੀ। ਕਵਿਤਾ ਪੜ੍ਹਦਾ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਬੋਲਦਾ ਤਾਂ ਉਹ ਇੱਕ ਕਵੀ ਲਈ ਉਸ ਤੋਂ ਵੱਡੀ ਕੋਈ ਇਨਾਮ, ਉਸ ਤੋਂ ਵੱਡੀ ਕੋਈ ਜਿੱਤ ਨਹੀਂ ਹੋ ਸਕਦੀ। ਜੀ ਬਿਲਕੁਲ। ਜਿਹੜੀ ਤੁਸੀਂ ਕਵਿਤਾ ਲਿਖਦੇ ਹੋ ਕਿ ਤੁਸੀਂ ਉਹਨੂੰ ਤਰਨਮ ਚ ਗਾਣਾ ਪਸੰਦ ਕਰਦੇ ਹੋ? ਮੇਰਾ ਬੋਲਣ ਦਾ ਇੱਕ ਸਟਾਈਲ ਅਲੱਗ ਆ, ਮੈਂ ਖੁੱਲੇ ਅੰਦਾਜ਼ ਚ ਬੋਲਦਾ, ਮੈਂ ਤਰਨਮ ਚ ਨਹੀਂ ਬੋਲਦਾ। ਤੇ ਕਾਲਜਾਂ ਦੇ ਵਿੱਚ ਜਿਵੇਂ ਮੈਂ ਬੋਲਦਾ ਰਿਹਾ, ਜਿਹੜਾ ਮੇਰਾ ਇਹ ਸਟਾਈਲ ਆ ਇਸ ਨੂੰ ਬੜਾ ਮਾਣ ਮਿਲਿਆ, ਪਸੰਦ ਕੀਤਾ ਗਿਆ। ਹਾਂਜੀ। ਜੀ, ਤੇ ਤੁਸੀਂ ਕਿਸੇ ਤੋਂ ਇਨਸਪੀਰੇਸ਼ਨ ਲਈ? ਹਾਂਜੀ, ਜਦੋਂ ਮੈਂ ਰੰਗਮੰਚ ਚ ਆਇਆ ਸੀ ਤਾਂ ਬਲਵੀਰ ਬੱਲੀ ਜੀ ਸਿਰਜਨਾਟ ਗਰੁੱਪ ਰੈਕੋਰਡ ਤੋਂ, ਉਹਨਾਂ ਨੂੰ ਮੈਂ 7ਵੀਂ ਕਲਾਸ ਚ ਮਿਲਿਆ ਸੀ, ਤਾਂ ਉਹਨਾਂ ਨੇ ਮੈਨੂੰ ਇਸ ਕਲਾ ਨਾਲ ਜੋੜਿਆ। ਕਲਾ ਨਾਲ ਜੁੜਦੇ ਕਵਿਤਾ ਨਾਲ ਜੁੜ ਗਏ ਜੀ। ਤੇ ਉਸ ਤੋਂ ਬਾਅਦ ਮੈਨੂੰ ਸੀ ਮਾਰਕੰਡਾ ਜੀ, ਜਿਹੜੇ ਜੀ। ਚਰਨਜੀਤ ਲਾਲ ਮਾਰਕੰਡਾ ਨੇ, ਤੇ ਉਹਨਾਂ ਦੇ ਬੇਟੇ ਤੇਜਿੰਦਰ ਮਾਰਕੰਡਾ ਜੀ, ਇਹਨਾਂ ਨੇ ਵੀ ਮੈਨੂੰ ਬਹੁਤ ਇਨਸਪਾਇਰ ਕਰਿਆ ਤਾਂ ਜੋ ਮੈਂ ਚੰਗੀ ਕਵਿਤਾ ਲਿਖਾਂ, ਚੰਗੀ ਕਵਿਤਾ ਵਾ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂ, ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਕੋਈ ਖਾਸ ਪਰਿਸਥਿਤੀ ਜਿਸ ਟਾਈਮ ਤੁਹਾਡੇ ਦੇ ਵਿੱਚ ਕਵਿਤਾ ਦਾ ਆਗਮਨ ਹੁੰਦਾ ਹੈ, ਜਾਂ ਤੁਸੀਂ ਕਦੇ ਵੀ ਬੈਠ ਕੇ ਲਿਖ ਸਕਦੇ ਹੋ? ਮੈਂ ਖੇਤਾਂ ਨਾਲ ਜੁੜਿਆ ਰਿਹਾ। ਮੇਰੀ ਕਿਤਾਬ ਦੇ ਪਹਿਲੇ ਪੰਨੇ ਤੇ ਜਦੋਂ ਮੈਂ ਆਪਣੇ ਬਾਰੇ ਲਿਖਿਆ ਤਾਂ ਉਹਦੇ ਵਿੱਚ ਮੈਂ ਲਿਖਿਆ ਵੀ ਜਦੋਂ ਮੈਂ ਖੇਤ 'ਚ ਕੰਮ ਕਰਦਾ ਸੀ ਉੱਥੇ ਮੈਨੂੰ ਕਵਿਤਾ ਫੁੱਟਦੀ ਸੀ। ਉਹੀ ਕਵਿਤਾ ਮੈਂ ਉੱਚੀ ਉੱਚੀ ਬੋਲਦਾ ਸੀ ਕਿ ਉੱਥੇ ਕਿਹੜਾ ਕੋਈ ਹੁੰਦਾ ਸੀ, ਉੱਥੇ ਮੈਂ ਤੇ ਮੇਰੀ ਕਵਿਤਾ ਹੁੰਦੀ ਸੀ। ਤੇ ਉਹ ਮੈਂ ਬੋਲਦਾ ਸੀ, ਉਹ ਆਪਦੇ ਕੰਨਾਂ ਨੂੰ ਚੰਗੀ ਲੱਗਦੀ ਸੀ। ਮੈਂ ਉਹਨਾਂ ਨੂੰ ਕਵੀ ਦਰਬਾਰਾਂ 'ਚ ਬੋਲਦਾ ਸੀ ਤਾਂ ਲੋਕਾਂ ਵੱਲੋਂ ਮੈਨੂੰ ਬੜਾ ਮਾਣ ਮਿਲਦਾ ਸੀ। ਮੈਂ ਯੂਨੀਵਰਸਿਟੀ, ਇੰਟਰ ਯੂਨੀਵਰਸਿਟੀ ਤੱਕ ਕਵਿਤਾਵਾਂ ਬੋਲਿਆ ਹੈ ਜੀ। ਬਿਲਕੁਲ ਸਰ, ਮਤਲਬ ਇਕਾਂਤ ਦੇ ਵਿੱਚ ਸਿਰਫ ਤੁਸੀਂ ਤੇ ਤੁਹਾਡੀ ਕਵਿਤਾ ਹੁੰਦੀ ਸੀ, ਤੇ ਉਸੇ ਕਵਿਤਾ ਨੂੰ ਫਿਰ ਤੁਸੀਂ ਅੱਗੇ ਆਡੀਅנס ਨਾਲ ਸ਼ੇਅਰ ਕਰਦੇ ਸੀ। ਤੇ ਸਰ, ਅਸੀਂ ਵੀ ਤੁਹਾਡੀ ਕੋਈ ਵੀ ਕਵਿਤਾ ਦਾ ਇੱਕ ਨਮੂਨਾ ਫਿਰ ਦੁਬਾਰਾ ਸੁਣਨਾ ਚਾਹਾਂਗੇ। ਮੇਰੀ ਕਵਿਤਾ ਜੀ, ਮਾਂ ਦੀ ਕੁੱਖ ਚੋਂ ਧੀ ਦੀ ਪੁਕਾਰ। ਮਾਂ ਮੇਰੀਏ ਦੇਖੀ ਕਿਤੇ ਮੈਨੂੰ ਲਾਂਭੇ ਨਾ ਲਾ ਦੇਵੀਂ, ਮੈਂ ਵੀ ਇਸ ਸੰਸਾਰ ਦੀ ਯਾਤਰਾ ਕਰਨੀ ਚਾਹੁੰਦੀ ਹਾਂ ਤੇ ਦੇਖਣਾ ਚਾਹੁੰਦੀ ਹਾਂ ਕਿ ਇਹੋ ਜਿਹਾ ਕੀ ਹੈ ਸੰਸਾਰ ਵਿੱਚ ਕਿ ਜਿੱਥੇ ਆ ਕੇ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ। ਮਾਂ ਮੇਰੀਆਂ ਵੀ ਕੁਝ ਇੱਛਾਵਾਂ ਨੇ, ਮੇਰੀਆਂ ਵੀ ਕੁਝ ਸਦਰਾਂ ਨੇ। ਮਾਂ ਮੈਂ ਵੀ ਤਸਲੀਮਾ ਨਸਰੀਨ ਵਾਂਗੂ ਲੱਜਾ ਵਰਗਾ ਨਾਵਲ ਲਿਖ ਕੇ ਦੁਨੀਆ ਵਿੱਚ ਤਰਥੱਲੀ ਮਚਾ ਦੇਵਾਂਗੀ। ਮਾਂ ਮੈਂ ਵੀ ਅਮਰਤਾ ਪ੍ਰੀਤਮ ਵਾਂਗ ਕਿਸੇ ਸਿਰੇ ਦੇ ਪੰਜਾਬੀ ਸ਼ਾਇਰ ਨੂੰ ਜਗਾਵਾਂਗੀ ਜੋ ਆਪਣੀ ਕਲਮ ਨਾਲ ਦੁਨੀਆ ਵਿੱਚ ਉੱਠੇ ਤੂਫਾਨ ਦੀ ਬਾਤ ਪਾਵੇਗਾ। ਮਾਂ ਮੈਂ ਵੀ ਕਲਪਨਾ ਚਾਵਲਾ ਵਾਂਗੂ ਅਸਮਾਨ ਦੀਆਂ ਉੱਚੀਆਂ ਉਡਾਰੀਆਂ ਮਾਰਾਂਗੀ। ਮੇਰੀਆਂ ਉਡਾਰੀਆਂ ਵੀ ਕੁਝ ਕਰ ਦਿਖਾਉਣਗੀਆਂ ਤੇ ਮੈਂ ਵੀ ਕਲਪਨਾ ਚਾਵਲਾ ਵਾਂਗੂ ਛਾ ਜਾਵਾਂਗੀ। ਮਾਂ ਮੈਂ ਵੀ ਮਦਰ ਟਰੇਸਾ ਵਾਂਗੂ ਇੱਕ ਸਦਭਾਵਨਾ ਦਾ ਕੈਂਪ ਖੋਲਾਂਗੀ ਜਿਸ ਵਿੱਚ ਬੇਸਹਾਰਾ ਲੋਕ ਆਪਣਾ ਜੀਵਨ ਬਤੀਤ ਕਰਨਗੇ। ਮਾਂ ਤੂੰ ਦਾਦੀ ਦੇ ਆਖੇ ਲੱਗ ਕੇ ਕੁੱਖ ਸੁਲੱਖਣੀ ਸਾੜ ਨਾ ਦੇਵੀਂ ਤੇ ਮੈਨੂੰ ਜਨਮ ਲੈਣ ਤੋਂ ਪਹਿਲਾਂ ਮਾਰ ਨਾ ਦੇਵੀਂ। ਮਾਂ ਤਾਇਆ ਤੇ ਤਾਈ ਤਾਂ ਮੈਨੂੰ ਮਾਰ ਦੇਣਾ ਚਾਹੁੰਦੇ ਨੇ, ਉਹ ਕਹਿੰਦੇ ਨੇ ਕੁੜੀਆਂ ਤਾਂ ਸਿਰਾਂ ਤੇ ਬੋਝ ਹੁੰਦੀਆਂ ਨੇ, ਇਹ ਖਾਨਦਾਨ ਦੀ ਇੱਜ਼ਤ ਨੂੰ ਲਾਜ ਲਾਉਂਦੀਆਂ ਨੇ। ਮਾਂ ਤੂੰ ਮੇਰੇ ਬਾਬਲ ਨੂੰ ਸਮਝਾ, ਉਹ ਇੰਜ ਨਾ ਹੋਣ ਦੇਵੇ, ਮੈਂ ਉਹਦੀ ਚਿੱਟੀ ਪੱਗ ਨੂੰ ਦਾਗ ਨਹੀਂ ਲਾਵਾਂਗੀ। ਮਾਂ ਤੂੰ ਡਰਨਾ, ਮੈਂ ਤੇਰੇ ਸਿਰ ਦੀ ਚੁੰਨੀ ਨੂੰ ਪੈਰਾਂ ਵਿੱਚ ਨਹੀਂ ਰੋਲਾਂਗੀ, ਸਗੋਂ ਮੈਂ ਤਾਂ ਤੇਰਾ ਨਾਂ ਰੌਸ਼ਨ ਕਰ ਦੇਵਾਂਗੀ। ਮਾਂ ਤੂੰ ਮੈਨੂੰ ਜਨਮ ਦੇਵੀਂ, ਦੇਖੀ ਕਿਤੇ ਮੇਰੀਆਂ ਸਦਰਾਂ ਦਾ ਕਤਲ ਨਾ ਕਰ ਦੇਵੀਂ, ਕਿਤੇ ਮੇਰੀਆਂ ਇਸ਼ਾਵਾਂ ਦਾ ਕਤਲ ਨਾ ਕਰ ਦੇਵੀਂ। ਤੂੰ ਇੱਕ ਨਿਮਾਣੀ ਧੀ ਦੀ ਪੁਕਾਰ ਸੁਣ ਲਵੀਂ, ਇੱਕ ਨਿਮਾਣੀ ਧੀ ਦੀ ਪੁਕਾਰ ਸੁਣ ਲਵੀਂ। ਕਿਆ ਬਾਤ ਹੈ। ਕਵੀ ਕਿਸ ਤਰ੍ਹਾਂ ਆਪਣੀ ਵਿਚਾਰ ਹੁੰਦੇ ਉਹ ਲੋਕਾਂ ਤੱਕ ਪਹੁੰਚਾਉਂਦਾ ਹੈ, ਤੁਸੀਂ ਇਸ ਦੀ ਬੈਸਟ ਐਗਜ਼ਾਮਪਲ। ਪ੍ਰੋਗਰਾਮ ਮੇਲੇ ਮਿੱਤਰਾਂ ਦੇ ਤੁਸੀਂ ਸੁਣ ਰਹੇ ਹੋ ਜੀ FM ਗੋਲਡ 100.1 ਤੇ ਅੱਜ ਸਾਡੇ ਨਾਲ ਨੇ ਕਵੀ ਤੇਜਿੰਦਰ ਸਿੰਘ ਬਾਜ਼। ਤੁਸੀਂ ਇੰਨੀਆਂ ਕਵਿਤਾ ਅੱਜ ਤੱਕ ਲਿਖ ਚੁੱਕੇ ਹੋ, ਤੁਸੀਂ ਕੋਈ ਬੁੱਕ ਪਬਲਿਸ਼ ਕੀਤੀ ਹੈ ਅੱਜ ਤੱਕ? ਹਾਂਜੀ, ਮੇਰੀ ਪਹਿਲੀ ਕਿਤਾਬ ਗੁਆਚਿਆ ਮਨੁੱਖ ਜੀ, ਜੋ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਈ ਸੀ ਮੇਰੀ ਕਿਤਾਬ, ਤੇ ਉਹਦੇ ਵਿੱਚ 54 ਕਵਿਤਾਵਾਂ ਨੇ, ਛੋਟੀਆਂ ਤੇ ਵੱਡੀਆਂ। ਤੇ ਅੱਜ ਦੇ ਦੌਰ 'ਚ ਮੇਰੀ 2 ਨਾਟਕਾਂ ਦੀਆਂ ਕਿਤਾਬਾਂ ਆ ਰਹੀਆਂ ਨੇ, ਇੱਕ ਤੇ ਵਿਗਿਆਨਕ ਨਾਟਕ ਨੇ, ਇੱਕ ਮੇਰਾ ਰੀਅਲਿਸਟਿਕ ਪਲੇ ਆ ਜੋ ਮੈਂ ਜਲਦੀ ਹੀ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਵਾਂਗਾ। ਬਿਲਕੁਲ, ਤੁਸੀਂ ਮਤਲਬ ਕਵਿਤਾ ਦੇ ਨਾਲ ਨਾਲ ਇੱਕ ਨਾਟਕਕਾਰ ਵੀ ਹੋ। ਤੁਸੀਂ ਵਿਗਿਆਨਕ ਨਾਟਕ ਲਿਖਣ ਦਾ ਕਿਵੇਂ ਸੋਚਿਆ? ਮੈਂ ਬੇਸਿਕਲੀ ਨਾ ਸਾਇੰਸ ਮਾਸਟਰ ਹਾਂ। ਸਾਡੇ ਸਕੂਲਾਂ ਦੇ ਵਿੱਚ ਸਾਲ ਦੇ ਵਿੱਚ ਨੈਸ਼ਨਲ ਸਾਇੰਸ ਕੌਂਸਲ ਵੱਲੋਂ ਵਿਗਿਆਨਕ ਡਰਾਮਾ ਹੁੰਦਾ ਵਾ ਜੀ। ਵਿਗਿਆਨਕ ਡਰਾਮੇ ਦੇ ਵਿੱਚ ਸਾਨੂੰ ਟੌਪਿਕ ਆਉਂਦੇ ਆ, ਜਿਵੇਂ ਟੌਪਿਕ ਫੂਡ ਸਿਕਿਉਰਿਟੀ ਐਂਡ ਨਿਊਟ੍ਰੀਸ਼ਨ, ਭੋਜਨ ਸੁਰੱਖਿਆ ਤੇ ਪੋਸ਼ਣ, ਜਿਵੇਂ ਸਿਹਤ ਅਤੇ ਸਫਾਈ, ਜਿਵੇਂ ਮਿੱਟੀ ਦੀ ਸੰਭਾਲ।
ਇਹਨਾਂ ਤੇ ਫਿਰ ਅਸੀਂ ਨਾਟਕ ਦਾ ਰੂਪ ਦਿੰਨੇ ਆ, ਅੱਧੇ ਘੰਟੇ ਦਾ ਪੌਣੇ ਘੰਟੇ ਦਾ ਨਾਟਕ। ਫਿਰ ਮੈਂ ਆਪਦੇ ਸਕੂਲ ਦੇ ਬੱਚਿਆਂ ਤੋਂ ਖਿਲਾਉਂਦਾ ਵਾਂ, ਕਿਉਂਕਿ ਮੈਂ ਕਹਿੰਦਾ ਵਿਗਿਆਨਕ ਸੋਚ ਹੀ ਤੁਹਾਨੂੰ ਅੱਗੇ ਲੈ ਕੇ ਜਾਊ। ਬੱਚਿਆਂ ਦੇ ਵਿੱਚ ਉਹ ਵਿਗਿਆਨਕ ਸੋਚ ਮੈਂ ਭਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਨਾਲ ਮੈਂ ਆਪਦੇ ਰੰਗਮੰਚ ਨੂੰ ਜਿਉਂਦਾ ਵੀ ਰੱਖ ਰਿਹਾ ਵਾਂ ਜੀ। ਇੱਕ ਸਾਇੰਸ ਬੈਕਗ੍ਰਾਉਂਡ ਹੋਣ ਦੇ ਨਾਲ ਸਾਹਿਤਯ ਵਿੱਚ ਕਦਮ, ਇਹ ਕਿੱਦਾਂ ਹੋਇਆ? ਤੁਹਾਨੂੰ ਸਾਰਿਆਂ ਨੂੰ ਪਤਾ ਜੀ ਰੁਚਿਕਾ ਮੈਡਮ, ਵੀ ਜਦੋਂ ਅਸੀਂ ਸਾਇੰਸ ਪੜ੍ਹਦੇ ਹਾਂ ਉਹਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਜੀ। ਸਾਨੂੰ ਮਿਹਨਤ ਕਰਦੇ ਕਰਦੇ ਕਿਸੇ ਨੇ ਕਹਿੰਦਾ ਯਾਰ ਕਿਤਾਬਾਂ ਵੀ ਪੜ੍ਹ ਲਿਆ ਕਰੋ, ਤੇ ਉਹ ਕਿਤਾਬਾਂ ਪੜ੍ਹਦੇ ਕਿਤਾਬਾਂ ਨਾਲ ਜੁੜ ਗਏ ਤੇ ਲਿਖਣ ਲੱਗ ਗਏ। ਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਸਾਨੂੰ ਸਤਿਕਾਰ ਮਿਲਦਾ। ਤੁਹਾਨੂੰ ਪਤਾ ਜਦੋਂ ਬੰਦੇ ਨੂੰ ਪ੍ਰਸ਼ੰਸਾ ਮਿਲਣ ਲੱਗ ਜਾਂਦੀ ਆ ਜਾਂ ਉਹਨੂੰ ਕੋਈ ਐਪਰੀਸ਼ੀਏਸ਼ਨ ਮਿਲਦੀ ਆ ਤਾਂ ਬਖੂਬੀ ਹੋਰ ਵੀ ਸੋਹਣਾ ਕੰਮ ਕਰਦਾ ਹੈ। ਬਿਲਕੁਲ ਸਰ, ਸਾਇੰਸ ਤੇ ਸਾਹਿਤ ਦਾ ਮੇਲ ਸਾਨੂੰ ਬਹੁਤ ਹੀ ਚੰਗਾ ਲੱਗਿਆ ਤੇ ਤੁਹਾਡੀ ਜਰਨੀ ਬਾਰੇ ਅਸੀਂ ਹੋਰ ਗੱਲਾਂ ਮੇਲੇ ਮਿੱਤਰਾਂ ਦੀ ਤੁਸੀਂ ਇੰਜੋਏ ਕਰ ਰਹੇ ਹੋ ਜੀ FM ਗੋਲਡ 100.1 ਤੇ ਸਾਡੇ ਨਾਲ ਨੇ ਅੱਜ ਕਵੀ ਤੇਜਿੰਦਰ ਸਿੰਘ ਬਾਜ। ਕਵਿਤਾ ਦੇ ਖੇਤਰ ਵਿੱਚ ਜਿੰਨੇ ਵੀ ਕਵੀ ਨੇ ਉਹਨਾਂ 'ਚ ਤੁਹਾਡੀ ਇਨਸਪੀਰੇਸ਼ਨ ਕੌਣ ਨੇ? ਸਰਜੀਤ ਪਾਤਰ ਜੀ ਜਿਹੜੇ ਪੰਜਾਬ ਦਾ ਸਰਮੌਰ ਨੇ, ਉਹਨਾਂ ਦੀਆਂ ਕਵਿਤਾਵਾਂ ਪੜ੍ਹਦਾ ਮੈਂ। ਜਸਵੰਤ ਜਫਰ ਜੀ ਨੇ, ਮੈਂ ਤੇਜਿੰਦਰ ਮਾਰਕੰਡਾ ਜੀ ਦਾ ਪਹਿਲਾਂ ਵੀ ਨਾਂ ਲਿਖ ਚੁੱਕਿਆ। ਉਹਨਾਂ ਦੀ ਕਵਿਤਾ ਨੇ ਮੈਨੂੰ ਬੜਾ ਹੀ ਇਨਸਪਾਇਰ ਕਰਿਆ ਜੀ। ਬਿਲਕੁਲ ਸਰ, ਤੇ ਹੁਣ ਜਿਹੜੇ ਤੁਹਾਡੇ ਸਮਕਾਲੀ ਨੇ ਉਹਨਾਂ ਵਿੱਚੋਂ ਤੁਹਾਨੂੰ ਕੌਣ ਪਸੰਦ ਹੈ? ਸਮਕਾਲੀ ਤਾਂ ਨਹੀਂ ਮੈਂ ਕਹਿ ਸਕਦਾ ਵੀ ਮਤਲਬ ਉਹ ਬੜੇ ਉੱਚ ਕੋਟੀ ਦੇ ਗਜ਼ਲਗੋ ਨੇ। ਜਸਵਿੰਦਰ ਜੀ ਤੇ ਬੜੀ ਅੱਛੀ ਗਜ਼ਲ ਲਿਖਦੇ ਨੇ ਤੇ ਮੈਂ ਉਹਨਾਂ ਤੋਂ ਇਨਸਪਾਇਰ ਆ। ਉਹਨਾਂ ਦੀਆਂ 3 ਕਿਤਾਬਾਂ ਆਈਆਂ, ਮੈਂ ਤਿੰਨੇ ਕਿਤਾਬਾਂ ਨੂੰ ਬੜੇ ਬਖੂਬੀ ਤਰੀਕੇ ਨਾਲ ਪੜ੍ਹਦਾ ਵਾਂ ਤੇ ਜਦੋਂ ਮੇਰਾ ਦਿਲ ਕਰਦਾ ਮੈਂ ਬਾਰ-ਬਾਰ ਪੜ੍ਹਦਾ ਉਹਨਾਂ ਨੂੰ ਜੀ। ਬਿਲਕੁਲ, ਤੁਸੀਂ ਆਪਦੀ ਕਵਿਤਾ ਲੋਕਾਂ ਦੇ ਵਿੱਚ ਲੈ ਕੇ ਜਾਣ ਲਈ ਕਿਹੜਾ ਤੁਸੀਂ ਪਲੇਟਫਾਰਮ ਯੂਜ਼ ਕਰਦੇ ਹੋ? ਕੋਈ ਕਵੀ ਦਰਬਾਰ 'ਚ ਜਾਂਦੇ ਹੋ? ਕਿੱਥੇ ਆਪਣੀ ਕਵਿਤਾ ਤੁਸੀਂ ਪੇਸ਼ ਕਰਦੇ ਹੋ? ਦੇਖੋ ਜੀ, ਅਲੱਗ-ਅਲੱਗ ਜਗ੍ਹਾ ਤੇ ਕਵੀ ਦਰਬਾਰ ਹੁੰਦੇ ਆ, ਜਿਵੇਂ ਮੈਂ ਤਪੇ ਵੀ ਚਲੇ ਜਾਣਾ ਤੇ ਮਾਛੀਵਾੜੇ ਚਲੇ ਜਾਣਾ, ਚੰਡੀਗੜ੍ਹ ਜਾਣਾ, ਸਾਡੇ ਮਰਿੰਡੇ ਲੱਗਦਾ ਵਾ ਤੇ ਚਮਕੌਰ ਲੱਗਦਾ। ਜਿੱਥੇ ਵੀ ਮੈਨੂੰ ਸੱਦਾ ਆਉਂਦਾ ਮੈਂ ਉੱਥੇ ਜਾ ਕੇ ਆਪਣੀ ਕਵਿਤਾ ਪੇਸ਼ ਕਰ। ਬਿਲਕੁਲ ਸਰ, ਤੇ ਅਸੀਂ ਵੀ ਤੁਹਾਨੂੰ ਸੱਦਾ ਦਿੱਤਾ ਤੇ ਅਸੀਂ ਵੀ ਤੁਹਾਡੀ ਕਵਿਤਾ ਜ਼ਰੂਰ ਸੁਣਨਾ ਚਾਹਾਂਗੇ। ਮੇਰੀ ਕਵਿਤਾ ਵਾ ਵਫਾਦਾਰ। ਮੈਂ ਸੋਚਿਆ ਸੀ ਕਿ ਮੈਂ ਸਦਾ ਵਫਾਦਾਰ ਰਹਾਂਗਾ, ਆਪਣੇ ਮਾਪਿਆਂ ਦਾ, ਆਪਣੇ ਅਧਿਆਪਕਾਂ ਦਾ, ਆਪਣੇ ਚਾਹੁਣ ਵਾਲਿਆਂ ਦਾ, ਆਪਣੇ ਯਾਰਾਂ ਦਾ, ਪਰ ਮੁਆਫ ਕਰਨਾ ਮੈਂ ਇਸ ਬੇਵਫਾ ਦੁਨੀਆ 'ਚ ਵਫਾਦਾਰ ਬਣ ਨਾ ਸਕਿਆ। ਕਿਆ ਬਾਤ ਹੈ, ਬਹੁਤ ਹੀ ਅੱਛੀਆਂ ਪੰਕਤੀਆਂ। ਤੇ ਤੁਸੀਂ ਜਾਂਦੇ ਜਾਂਦੇ ਸਾਨੂੰ ਕੀ ਕਹਿਣਾ ਚਾਹੋਗੇ? ਜਾਂਦੇ ਜਾਂਦੇ ਤਾਂ ਇਹ ਕਹਿਣਾ ਚਾਹੁੰਦਾ ਵੀ ਸਾਡਾ ਜਿਹੜਾ ਪੰਜਾਬ ਆ ਸੋਨੇ ਦੀ ਚਿੜੀ ਆ, ਜੇ ਅਸੀਂ ਇਹਨੂੰ ਬਚਾ ਲਈਏ ਤਾਂ ਅੱਛਾ ਹੋਵੇਗਾ। ਮੇਰੇ ਜ਼ਿਹਨ ਦੇ ਵਿੱਚ 4 ਲਾਈਨਾਂ ਨੇ, ਉਹ ਮੈਂ ਬੋਲਣਾ ਚਾਹਾਂਗਾ। ਚੌੜੀਆਂ ਹਿੱਕਾਂ ਵਾਲੇ ਪੁੱਤ ਚਿੱਟੇ ਨੇ ਖਾ ਲੇ, ਉਹ ਬਰਸ਼ੀਆਂ ਵਰਗੇ ਲਾਲ ਮਾਵਾਂ ਨੇ ਹੱਥੋਂ ਗਵਾ ਲੇ। ਭਗਤ ਉਦਮ ਸਰਾਬੇ ਮੈਂ ਕਿੱਥੋਂ ਟੋਲਦਾ ਹਾਂ, ਗੱਲ ਸੁਣੋ ਓਏ ਪੰਜਾਬ ਵਾਸੀਓ, ਦੁਖੀ ਮੈਂ ਪੰਜਾਬ ਬੋਲਦਾ ਹਾਂ। ਥੈਂਕ ਯੂ ਸੋ ਮਚ ਸਟੂਡੀਓ ਵਿੱਚ ਆਉਣ ਦੇ ਲਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਿਲਕੁਲ ਸਰ ਜੀ, ਤੁਸੀਂ ਸਾਡੇ ਦਿਲਾਂ ਵਿੱਚ ਘਰ ਜ਼ਰੂਰ ਕਰ ਲਿਆ ਹੈ ਤੇ ਤੁਹਾਡੀਆਂ ਕਵਿਤਾਵਾਂ ਨੇ ਸਾਡੇ ਲਿਸਨਰਸ ਦੀ ਜ਼ਿੰਦਗੀ ਨੂੰ ਜ਼ਰੂਰ ਰੌਸ਼ਨ ਕਰ ਦਿੱਤਾ ਹੋਊਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ। ਧੰਨਵਾਦ ਜੀ। ਤੇ ਇਹ ਸਨ ਕਵੀ ਤੇਜਿੰਦਰ ਸਿੰਘ ਬਾਜ। ਅਗਲੇ ਹਫਤੇ ਫੇਰ ਕਿਸੇ ਹੋਰ ਕਵੀ ਨਾਲ, ਕਿਸੇ ਹੋਰ ਸਾਹਿਤਕਾਰ ਨਾਲ ਤੁਹਾਨੂੰ ਅਸੀਂ ਜੋੜਾਂਗੇ ਪ੍ਰੋਗਰਾਮ ਮੇਲੇ ਮਿੱਤਰਾਂ ਦੇ ਵਿੱਚ। ਫਿਲਹਾਲ ਆਪਣੀ ਦੋਸਤ ਰੁਚਿਕਾ ਨੂੰ ਦਿਓ ਇਜਾਜ਼ਤ। ਜੈ ਹਿੰਦ। On behalf of my co-anchor, ਤੁਸੀਂ ਟਿਊਨ ਕੀਤਾ ਹੋਇਆ FM ਗੋਲਡ ਲੁਧਿਆਣਾ। ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਮੇਲੇ ਮਿੱਤਰਾਂ ਦੇ, ਜਿਸ ਵਿੱਚ ਉੱਘੇ ਕਵੀ ਤੇਜਿੰਦਰ ਸਿੰਘ ਬਾਜ ਹੋਣਾ ਨਾਲ ਤੁਸੀਂ ਰੂਬਰੂ ਹੋਏ ਔਰ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਰੁਚਿਕਾ। ਤੇ ਇਜਾਜ਼ਤ ਲੈਣ ਦਾ ਸਮਾਂ ਆ ਰਿਹਾ ਜੀ। ਇਜਾਜ਼ਤ ਦਿਓ। ਨਮਸਕਾਰ।